12ਵੀਂ ਪੌੜੀ 12ਵੀਂ। ਪੌੜੀ ਜਤੀ ਸਤੀ ਸੰਤੋਖੀਆ ਜਤ ਸਤ ਜੁਗਤ ਸੰਤੋਖ ਨਾ ਜਾਤੀ ਸਿੱਧ ਨਾਥ ਬਹੁ ਪੰਥ ਕਰ ਹਉਮੈ ਵਿੱਚ ਕਰਨ ਕਰਮਾਤੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਤੀ ਸਤੀ ਸੰਤੋਖੀਆ ਜਤ ਸਤ ਜੁਗਤ ਸੰਤੋਖ ਨਾ ਜਾਤੀ। ਭਾਈ ਗੁਰਦਾਸ ਜੀ 12ਵੀਂ ਪੌੜੀ ਦੇ ਵਿੱਚ ਇੱਕ ਉਪਦੇਸ਼ ਆਪਾਂ ਨੂੰ ਸਮਝਾਉਂਦੇ ਹਨ ਕਿ ਇਹ ਦੁਨੀਆ ਦੇ ਵਿੱਚ ਦੇਖੋ ਕਿੰਨੇ ਹੀ ਜਿਹੜੇ ਹਨ ਧਾਰਮਿਕ ਤੌਰ 'ਤੇ ਲੋਕ ਵੰਡੇ ਪਏ ਹਨ। ਹਿੰਦੂ ਲੋਕ ਕਿੰਨੇ ਤਰ੍ਹਾਂ ਕਰਕੇ ਵੰਡੇ ਪਏ ਹਨ। ਜਿਹੜੇ ਮੁਸਲਮਾਨ ਹਨ ਉਹਨਾਂ ਦੇ 72 ਜਿਹੜੇ ਹਨ ਅੱਗੇ ਜਿਹੜੇ ਫਿਰਕੇ ਬਣੇ ਪਏ ਹਨ। ਧਰਮ ਦੇ ਨਾਂ 'ਤੇ ਦੇਖੋ ਕਿੰਨੀ ਵੰਡ ਪਈ ਹੋਈ ਹੈ ਦੁਨੀਆ ਦੇ ਵਿੱਚ, ਜਿਨ੍ਹਾਂ ਦੇ ਵਿੱਚ ਉਹਨਾਂ ਦੀ ਜਿਹੜੀ ਪ੍ਰੈਕਟਿਸ ਕਰਕੇ ਸਕੂਲ ਆਫ ਥਾਟ ਕਰਕੇ ਲੋਕ ਜਿਹੜਾ ਹੈ ਆਪਸ ਵਿੱਚ ਆਪਣਾ ਜਿਹੜੀ ਬਿਲੀਫ ਹੈ ਉਹਨੂੰ ਸੁਪੀਰੀਅਰ ਜਾਣਦੇ ਦੂਜੇ ਨਾਲੋਂ। ਸੋ ਇੱਥੇ ਹੁਣ ਗੱਲ ਸਿਰਫ ਹਿੰਦੂ ਜਾਂ ਮੁਸਲਮਾਨ ਧਰਮ ਦੀ ਨਹੀਂ ਰਹਿ ਗਈ ਜਾਂ ਈਸਾਈ ਧਰਮ ਦੀ ਨਹੀਂ ਰਹਿ ਗਈ। ਇਹ ਸਾਰੇ ਧਰਮਾਂ ਦੇ ਵਿੱਚੋਂ ਦੇਖੋ ਕਿੰਨੇ ਕਿੰਨੇ ਫਰਕ ਪੈ ਚੁੱਕੇ ਹਨ। ਸੋ ਕਿੰਨੇ ਕਿੰਨੇ ਫਿਰਕੇ ਕਿੰਨੇ ਕਿੰਨੇ ਸੈਕਟ ਬਣੇ ਹੋਏ ਹਨ ਜਿਨ੍ਹਾਂ ਦੀ ਬਿਲੀਫ ਇੱਕ ਦੂਜੇ ਨਾਲ ਮਿਲਦੀ ਕੋਈ ਨਹੀਂ ਹੈਗੀ। ਭਾਈ ਗੁਰਦਾਸ ਜੀ ਇਹ ਗੱਲ ਨੂੰ ਲੈ ਕਰਕੇ ਹੁਣ ਗੁਰਸਿੱਖੀ ਨੂੰ ਕਿਵੇਂ ਉੱਤਮ ਦਿਖਾਉਂਦੇ ਹਨ, ਇਸ ਪੌੜੀ ਦੇ ਵਿੱਚ ਆਪਾਂ ਨੂੰ ਇਹ ਉਪਦੇਸ਼ ਦਿੰਦੇ ਹਨ। ਜਤੀ ਸਤੀ ਸੰਤੋਖੀਆ ਜਤ ਸਤ ਜੁਗਤ ਸੰਤੋਖ ਨਾ ਜਾਤੀ। ਦੇਖੋ ਇਹ ਜਿਹੜੇ ਜਤੀ ਹਨ, ਜਤੀ ਕੌਣ ਹਨ? ਜਿਹੜੇ ਆਪਣੇ ਸੈਂਸਰੀ ਆਰਗਨਸ ਦੇ ਉੱਤੇ ਜਿਹੜਾ ਹੈ ਆਪਣਾ ਕੰਟਰੋਲ ਰੱਖਦੇ ਹਨ, ਜੋ ਆਪਣੇ ਸੈਂਸਰੀ ਆਰਗਨਸ ਨੂੰ ਜਿਹੜਾ ਹਨ ਵਿਕਾਰਾਂ ਵੱਲ ਜਾਣ ਤੋਂ ਰੋਕਦੇ ਹਨ, ਜਿਹਨੂੰ ਸੈਲੀਬੇਟਸ ਵੀ ਕਹਿੰਦੇ ਹਾਂ ਅੰਗਰੇਜ਼ੀ ਦੇ ਵਿੱਚ। ਦੂਜਾ ਸਤੀ ਹੈ। ਸਤੀ ਉਹ ਹਨ ਜਿਨ੍ਹਾਂ ਨੇ ਸੱਤ ਧਾਰਨ ਕੀਤਾ ਹੈ, ਜਿਹੜਾ ਸੱਚ ਨੂੰ ਅੱਗੇ ਰੱਖਣ ਵਾਲੇ ਹਨ, ਜੋ ਸੱਤ ਨੂੰ ਮੰਨਣ ਵਾਲੇ ਹਨ, ਜੋ ਵਰਚੂਸ ਨੂੰ ਆਪਣੇ ਜੀਵਨ ਦਾ ਅੰਗ ਬਣਾਉਂਦੇ ਹਨ, ਉਹਨਾਂ ਨੂੰ ਸਤੀ ਕਿਹਾ ਹੈ। ਤੇ ਸਤੀ ਨਾਮ ਆਮ ਕਰਕੇ ਆਪਾਂ ਨੂੰ ਜ਼ਿਆਦਾ ਤਾਂ ਇਹਦੀ ਸਮਝ ਉਹ ਪੈਂਦੀ ਹੈ ਜਿਹਦਾ ਪਤੀ ਮਰ ਜਾਂਦਾ ਉਹਦੀ ਘਰ ਵਾਲੀ ਸਤੀ ਹੁੰਦੀ ਹੈ, ਮਤਲਬ ਉਹਦੀ ਚਿੱਖਾ ਤੇ ਜਾ ਕੇ ਜਿਹੜਾ ਜਿਉਂਦੀ ਸੜਦੀ ਹੈ, ਆਪਾਂ ਉਹਨੂੰ ਸਤੀ ਜਾਣਦੇ ਹਾਂ। ਉਹਨੂੰ ਸਤੀ ਤਾਂ ਕਿਹਾ ਜਾਂਦਾ ਹੈ ਕਿ ਉਹ ਸੱਤ ਨੂੰ ਕਮਾਉਣ ਵਾਲੀ ਹੈ। ਪਰ ਇਹ ਸਤੀ ਜਿਹੜਾ ਹੈ ਇੱਕ ਬਿਲੀਫ ਹੈ, ਇੱਕ ਪ੍ਰੈਕਟਿਸ ਹੈ ਜਿਹਦੇ ਵਿੱਚ ਕੇਵਲ ਤੇ ਕੇਵਲ ਸੱਤ ਨੂੰ ਮੰਨਿਆ ਜਾਂਦਾ ਹੈ। ਹੁਣ ਤੀਜਾ ਹੋਇਆ ਸੰਤੋਖੀਆ। ਸੰਤੋਖ, ਜਿਹੜੇ ਸੰਤੋਖ ਨੂੰ ਰੱਖਣ ਵਾਲੇ, ਜਿਹੜੇ ਕੰਟੈਂਟਡ ਬੰਦੇ ਨੇ, ਜਿਨ੍ਹਾਂ ਦਾ ਕਿਸੇ ਵੀ ਚੀਜ਼ ਵਿੱਚ ਲਾਲਚ ਨਹੀਂ ਹੁੰਦਾ, ਜਿਨ੍ਹਾਂ ਨੇ ਮਨ ਨੂੰ ਰੋਕਿਆ ਹੋਇਆ ਹੈ ਲਾਲਚ ਵਿੱਚ, ਜਿੰਨਾ ਵੀ ਪਰਮਾਤਮਾ ਨੇ ਉਹਨਾਂ ਨੂੰ ਦਿੱਤਾ ਉਹਦੇ ਵਿੱਚ ਸੰਤੁਸ਼ਟ ਰਹਿੰਦੇ ਹਨ, ਉਹਦੇ ਵਿੱਚ ਸੈਟੀਸਫਾਈਡ ਰਹਿੰਦੇ ਹਨ। ਜਤ ਸਤ ਜੁਗਤ ਸੰਤੋਖ ਨਾ ਜਾਤੀ। ਪਰ ਦੇਖੋ ਭਾਈ ਗੁਰਦਾਸ ਜੀ ਕਹਿੰਦੇ ਜਤੀ ਅਖਵਾਉਣ ਵਾਲੇ ਵੀ ਜਤ ਤੋਂ ਡਿੱਗ ਚੁੱਕੇ ਹਨ। ਉਹ ਜਿਹੜੇ ਹਨ ਨਾਮ ਦੇ ਕਰਕੇ ਜਤੀ ਨੇ, ਪਰ ਉਹਨਾਂ ਨੇ ਸਿਰਫ ਇੱਕ ਅੰਗ ਕਰਕੇ ਜਤੀ ਲੈ ਲਿਆ, ਮਤਲਬ ਉਹ ਵਿਆਹ ਨਹੀਂ ਕਰਾਉਂਦੇ, ਪਰ ਆਪਣੇ ਮਨ ਤੇ ਰੋਕ ਉਹ ਵੀ ਨਹੀਂ ਪਾਉਂਦੇ। ਉਹਨਾਂ ਦੇ ਵਿਕਾਰ ਮਨ ਵਿੱਚ ਚੱਲਦੇ ਰਹਿੰਦੇ ਹਨ, ਝੂਠ ਵੀ ਬੋਲ ਪੈਂਦੇ ਹਨ, ਹੋਰ ਜਿਹੜੇ ਭੈੜੇ ਕਰਮ ਵੀ ਕਰ ਲੈਂਦੇ ਹਨ, ਪਰ ਇੱਕ ਵਿਆਹ ਨਾ ਕਰਾਉਣ ਕਰਕੇ ਆਪਣੇ ਆਪ ਨੂੰ ਜਤੀ ਅਖਾਉਂਦੇ ਹਨ। ਤੋ ਇਹ ਗੱਲ ਗਲਤ ਹੈ, ਕਿਉਂਕਿ ਜਤੀ ਜਿਹੜਾ ਹੋਣਾ ਹੈ ਉਹ ਇੱਕ ਪੈਕੇਜ ਹੈ, ਸਾਰੇ ਗੁਣ ਆਉਣੇ ਚਾਹੀਦੇ ਹਨ। ਦੂਜਾ ਸਤੀ, ਕਹਿੰਦੇ ਇਹ ਸੱਤ ਨੂੰ ਵੀ ਲੋਕ ਛੱਡ ਗਏ ਹਨ। ਕੇਵਲ ਤੇ ਕੇਵਲ ਸੱਚ ਬੋਲਣਾ, ਸੱਚ ਨੂੰ ਧਾਰਨਾ ਨਹੀਂ ਹੁੰਦਾ, ਕਿਉਂਕਿ ਸੱਚ ਨੂੰ ਮੰਨਣਾ ਸੱਚ ਦਾ ਜੀਵਨ ਵੀ ਜਿਉਣਾ ਹੈ। ਸੱਤ ਪਰਮੇਸ਼ਰ ਨੂੰ ਸਾਰਿਆਂ ਦੇ ਵਿੱਚ ਦੇਖਣਾ ਹੈ, ਨਾ ਕਿ ਆਪਣੇ ਆਪ ਨੂੰ ਵੱਡਾ ਤੇ ਦੂਜਿਆਂ ਨੂੰ ਛੋਟਾ, ਇਨਫੀਰੀਅਰ ਜਾਣਨਾ, ਆਪਣੇ ਆਪ ਨੂੰ ਸੁਪੀਰੀਅਰ ਜਾਣਨਾ। ਇਹ ਵੀ ਗਲਤ ਹੈ, ਕਿਉਂਕਿ ਸੱਤ ਤਾਂ ਉਹ ਹੈ ਜਿਹੜਾ ਕਿ ਇੱਕ ਨਜ਼ਰ ਸਾਰੀ ਦੁਨੀਆ ਵਿੱਚ ਉਹ ਪਾ ਕੇ ਦੇਖੇ ਤੇ ਉਹਨੂੰ ਸਿਰਫ ਦਿਸੇ ਪਰਮਾਤਮਾ। ਸੋ ਤੀਜੇ ਹਨ, ਕਹਿੰਦੇ ਇਹ ਜੁਗਤੀਆਂ ਹਨ। ਤੇ ਜੁਗਤ ਜਿਹੜੀਆਂ ਹਨ ਮੈਥਡਸ ਹਨ। ਜੁਗਤੀਆਂ ਜਿਹੜੀਆਂ ਹੁੰਦੀਆਂ ਹਨ ਇਹ ਕੋਈ ਚੀਜ਼ ਨੂੰ ਕਮਾਉਣ ਵਿੱਚ ਇਹਨਾਂ ਦਾ ਜਿਹੜਾ ਹੈ ਮੈਥਡ ਜਿਹੜਾ ਹੈ ਅਪਲਾਈਡ ਕੀਤਾ ਜਾਂਦਾ ਹੈ ਉਸ ਨੂੰ ਪ੍ਰੈਕਟਿਸ ਕਰਨ ਵਾਸਤੇ। ਸੋ ਇੱਥੇ ਹੁਣ ਭਾਈ ਗੁਰਦਾਸ ਜੀ ਕਹਿੰਦੇ ਹਨ ਸੰਤੋਖ ਨਾ ਜਾਤੀ। ਕਹਿੰਦੇ ਸੰਤੋਖੀਆਂ ਨੇ ਸੰਤੋਖ ਵੀ ਨਹੀਂ ਜਾਣਾ। ਸੰਤੋਖ ਜਿਹੜਾ ਹੈ ਉਹਨਾਂ ਨੂੰ ਸੰਤੋਖ ਨਹੀਂ ਕਰਨਾ ਆਉਂਦਾ। ਉਹਨਾਂ ਨੇ ਸਿਰਫ ਇੱਕ ਅੰਗ ਨੂੰ ਲੈ ਲਿਆ ਕਿ ਮੈਂ ਖੁਸ਼ ਹਾਂ ਜੀ, ਮੈਂ ਖੁਸ਼ ਹਾਂ, ਪਰ ਮੂੰਹ ਤੋਂ ਕਹਿਣ ਵਾਲੀ ਗੱਲ ਹੈ, ਹਜੇ ਮਨ ਉਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਹੈਗਾ। ਮਨ ਨਹੀਂ ਮੰਨਦਾ, ਮਨ ਵਿੱਚ ਫਿਰ ਵੀ ਫੁਰਨੇ ਉੱਠਦੇ ਨੇ, ਫਿਰ ਵੀ ਲਾਲਚ ਆਉਂਦਾ ਹੈ, ਫਿਰ ਵੀ ਗ੍ਰਿਡ ਆਉਂਦੀ ਹੈ, ਪਰ ਮੂੰਹ ਤੋਂ ਕਹੀ ਜਾਣਾ ਜੀ ਮੈਂ ਜਿਹੜਾ ਹੈ ਮੈਂ ਸੰਤੋਖੀ ਹਾਂ, ਜਿੰਨਾ ਪਰਮਾਤਮਾ ਨੇ ਦਿੱਤਾ ਠੀਕ ਹੈ, ਪਰ ਜੇ ਜ਼ਿਆਦਾ ਦੇ ਦਿੰਦਾ ਹੈ ਤਾਂ ਵੀ ਉਹ ਕਿਸੇ ਨਾਲ ਕਿਹੜੇ ਸ਼ਹਿ ਕਰਦੇ ਹਨ। ਦੇਖੋ ਸੰਤੋਖੀ ਦਾ ਮਤਲਬ ਹੁੰਦਾ ਹੈ
ਆਪਣੇ ਜਿੰਨਾ ਆਪਣੀ ਵਰਤੋਂ ਵਿੱਚ ਆਉਣਾ ਉਹ ਰੱਖ ਲੈਣਾ ਤੇ ਬਾਕੀ ਦੂਜਿਆਂ ਨੂੰ ਵੰਡ ਦੇਣਾ। ਇਹਦਾ ਇਹ ਮਤਲਬ ਥੋੜ੍ਹਾ ਹੁੰਦਾ ਹੈ ਵੀ ਜਿੰਨਾ ਕੁ ਆ ਗਿਆ ਉਹਦੇ 'ਚ ਸੰਤੋਖ, ਮਤਲਬ ਬਹੁਤਾ ਜ਼ਿਆਦਾ ਵੀ ਹੋਵੇ ਜੀ ਮੈਂ ਸੰਤੋਖੀ ਹਾਂ, ਇਹ ਤਾਂ ਨਹੀਂ ਨਾ ਹੋ ਸਕਦਾ। ਸੋ ਕਹਿੰਦੇ ਭਾਈ ਗੁਰਦਾਸ ਜੀ ਕਹਿੰਦੇ ਇੱਕ ਹਿਪੋਕ੍ਰੇਸੀ ਬਣ ਗਈ ਹੈ, ਲੋਕੀ ਹਿਪੋਕ੍ਰੇਟ ਬਣ ਗਏ ਹਨ ਕੁਝ ਕੁ ਨਾਂ ਲੈ ਕੇ, ਕਿਉਂਕਿ ਸੱਚਾ ਉਪਦੇਸ਼ ਉਹਨਾਂ ਨੂੰ ਨਹੀਂ ਮਿਲਿਆ। ਸਿੱਧਨਾਥ ਬਹੁ ਪੰਥ ਕਰ। ਦੇਖੋ ਸਿੱਧ ਲੋਕ ਜਿਹੜੇ ਹਨ, ਹੁਣ 84 ਸਿੱਧ ਮੰਨੇ ਗਏ ਹਨ, 84 ਸਿੱਧ ਹੁੰਦੇ ਹਨ। ਸੋ ਇਹ 84 ਸਿੱਧ ਜਿਹੜੇ ਹਨ ਇਹਨਾਂ ਦੇ ਨਾਂ ਤਾਂ ਆਪਾਂ ਨਹੀਂ ਲੈਂਦੇ, 9 ਨਾਥ ਹਨ। ਸੋ 9 ਨਾਥ ਜਿਹੜੇ ਹਨ ਉਹ ਕਿਹੜੇ ਹਨ? ਉਹਨਾਂ ਵਿੱਚ ਪ੍ਰਾਣਨਾਥ, ਗੋਪੀਨਾਥ ਤੇ ਸੂਰਤਨਾਥ ਤੇ ਅੱਗੇ ਹੁੰਦਾ ਹੈ ਗੋਰਖਨਾਥ। ਗੋਰਖਨਾਥ ਤਾਂ ਬਹੁਤ ਫੇਮਸ, ਆਪਾਂ ਸਾਰੇ ਜਾਣਦੇ। ਉਹਨਾਂ ਤੋਂ ਬਾਅਦ ਮਛਿੰਦਰਨਾਥ, ਅੱਗੇ ਆਉਂਦਾ ਮੰਗਲਨਾਥ, ਚਰਪਟਨਾਥ, ਚੰਬਾਨਾਥ ਤੇ ਘੁੱਗੂਨਾਥ। ਸੋ ਇਹ 9 ਨਾਥ ਹਨ ਸਾਰੇ। ਤੇ ਅੱਗੇ ਭਾਈ ਗੁਰਦਾਸ ਜੀ ਕਹਿੰਦੇ ਹਨ ਹਉਮੈ ਵਿੱਚ ਕਰਨ ਕਮਾਤੇ। ਤੇ ਇੱਥੇ ਜਿਹੜਾ ਹੈ ਸਿੱਧਨਾਥ ਬਹੁ ਪੰਥ ਕਰ, ਬਹੁ ਪੰਥ, ਇਹਨਾਂ ਦੇ ਅੱਡ ਅੱਡ ਪੰਥ ਚੱਲੇ ਹੋਏ ਹਨ। ਇਹਨਾਂ ਦੇ ਅੱਡ ਅੱਡ ਪੰਥ ਜਿਹੜੇ ਹਨ ਉਹਨਾਂ ਦੀ ਜਿਹੜੀ ਹੈ ਅੱਗੇ ਆਵੇਗਾ, ਆਪਾਂ ਇਹਦੀ ਅੱਗੇ ਜਿਹੜੇ ਹਨ ਅਗਲੇ ਲਾਈਨਾਂ ਦੇ ਵਿੱਚ ਆਪਾਂ ਇਹਦੀ ਵਿਚਾਰ ਕਰਾਂਗੇ। ਕਹਿੰਦੇ ਇਹਨਾਂ ਨੇ ਬਹੁਤ ਪੰਥ ਆਪਣੇ ਚਲਾ ਲਏ, ਬਹੁਤ ਫਿਰਕੇ, ਬਹੁਤ ਸੈਕਟ ਅੱਗੇ ਬਣ ਗਏ, ਪਰ ਇਹ ਬਣੇ ਕਿਉਂ ਹਨ? ਭਾਈ ਗੁਰਦਾਸ ਜੀ ਕਹਿੰਦੇ ਹਨ ਹਉਮੈ ਵਿੱਚ ਕਰਨ ਕਰਮਾਤੇ। ਦੇਖੋ ਇਹ ਹਉਮੈ ਦੇ ਕਰਕੇ, ਇੱਕ ਦੂਜੇ ਤੋਂ ਆਪਣੇ ਆਪ ਨੂੰ ਵੱਡਾ ਦਿਖਾਉਣ ਵਾਸਤੇ, ਇੱਕ ਦੂਜੇ ਨਾਲ ਈਰਖਾ ਕਰਨ ਕਰਕੇ, ਕਹਿੰਦੇ ਇਹ ਸਾਰਾ ਖੇਡ ਹਉਮੈ ਦਾ ਹੈ। ਕਹਿੰਦੇ ਕਰਮਾਤੀ ਇਹ ਜਿਹੜਾ ਹਨ ਸਾਰੇ ਜਿਹੜਾ ਹੈ ਇੱਕ ਦੂਜੇ ਤੋਂ ਜ਼ਿਆਦਾ ਕਰਾਮਾਤ ਦਿਖਾ ਦੇਣੀ, ਮਿਰਕਲ ਪਾਵਰਸ ਦਿਖਾ ਦੇਣੇ, ਦੂਜਿਆਂ ਨੂੰ ਇੰਪ੍ਰੈਸ ਕਰਕੇ ਆਪਣੇ ਚੇਲੇ ਬਣਾ ਲੈਣਾ, ਫਿਰ ਗਿਣਤੀ ਰੱਖਣੀ ਮੇਰੇ ਚੇਲੇ ਕਿੰਨੇ ਨੇ, ਉਹਦੇ ਚੇਲੇ ਕਿੰਨੇ ਨੇ। ਕਹਿੰਦੇ ਇਹ ਸਾਰਾ ਜਿਹੜਾ ਕੰਮ ਹੁੰਦਾ ਹੈ ਇਹਦੇ ਵਿੱਚ ਲੋਕ ਆਪਣੀ ਹਉਮੈ ਦਾ ਹੀ ਪ੍ਰਗਟਾਵਾ ਕਰਦੇ ਹਨ, ਤੇ ਜਿਹੜੀ ਅਸਲ ਗੱਲ ਸੀ ਪਰਮਾਤਮਾ ਦੀ ਪ੍ਰਾਪਤੀ ਦੀ ਉਹ ਤਾਂ ਭੁੱਲੇ ਗਏ, ਉਹ ਨਹੀਂ ਹੁਣ ਯਾਦ ਰਹੀ। 4 ਵਰਨ ਸੰਸਾਰ ਵਿੱਚ। ਦੇਖੋ 4 ਵਰਨ ਹਨ, ਹਿੰਦੂ ਲੋਕ ਜਿਹੜੇ ਹਨ ਉਹ 4 ਵਰਨਾਂ ਵਿੱਚ ਵੰਡੇ ਗਏ, ਬ੍ਰਾਹਮਣ, ਖੱਤਰੀ, ਵੈਸ਼ ਤੇ ਸ਼ੂਦਰ। ਸੋ ਉਹਨਾਂ ਨੇ ਆਪਣੇ ਆਪ ਨੂੰ 4 ਵਰਨਾਂ ਵਿੱਚ ਵੰਡ ਲਿਆ। ਖਹਿ ਖਹਿ ਮਰਦੇ ਭਰਮ ਭਰਾਤੀ। ਦੇਖੋ ਹੁਣ ਬ੍ਰਾਹਮਣ ਜਿਹੜੇ ਹਨ ਉਹ ਕਹਿੰਦੇ ਹਨ ਮੇਰੇ 6 ਕਰਮ ਹਨ। ਸੋ ਬ੍ਰਾਹਮਣ ਪੜ੍ਹਦਾ ਤੇ ਪੜਾਉਂਦਾ ਹੈ, ਦਾਨ ਕਰਦਾ ਤੇ ਦਾਨ ਲੈਂਦਾ ਹੈ, ਯੱਗ ਕਰਦਾ ਤੇ ਕਰਾਉਂਦਾ ਹੈ। ਇਹ 6 ਕਰਮ ਜਿਹੜੇ ਹਨ ਬ੍ਰਾਹਮਣ ਦੇ ਹੋ ਗਏ। ਖੱਤਰੀ ਦਾ ਕੰਮ ਹੈ ਯੁੱਧ ਕਰਕੇ ਜਾਂ ਰੱਖਿਆ ਕਰਨੀ ਮੁਲਕ ਦੀ ਤੇ ਮੁਲਕ ਤੇ ਰਾਜ ਕਰਨਾ, ਇਹ ਖੱਤਰੀਆਂ ਦਾ ਕੰਮ। ਤੇ ਖੱਤਰੀ ਪੜ੍ਹ ਸਕਦਾ ਹੈ, ਪੜ੍ਹਾ ਨਹੀਂ ਸਕਦਾ। ਜਿਹੜਾ ਵੈਸ਼ ਹੈ ਉਹ ਬਿਜ਼ਨਸ ਕਰਦਾ, ਉਹ ਜਿਹੜਾ ਹੈ ਵਪਾਰ ਕਰਦਾ, ਪਰ ਉਹਨੂੰ ਪੜ੍ਹਨ ਤੇ ਪੜ੍ਹਾਉਣ ਦਾ ਕੋਈ ਹੱਕ ਨਹੀਂ। ਸ਼ੂਦਰ ਜਿਹੜਾ ਹੈ ਉਹ ਨੌਕਰੀ ਕਰ ਸਕਦਾ ਹੈ, ਉਹ ਕਿਸੇ ਦੀ ਲੇਬਰ ਵਾਲਾ ਕੰਮ ਕਰ ਸਕਦਾ ਹੈ, ਪਰ ਉਹ ਜਿਹੜਾ ਹੈ ਨਾ ਪੜ੍ਹ ਸਕਦਾ, ਨਾ ਪੜ੍ਹਾ ਸਕਦਾ, ਨਾ ਸੁਣ ਸਕਦਾ ਉਪਦੇਸ਼ ਨੂੰ। ਸੋ ਇਉਂ ਕਰਕੇ ਇਹ ਸਾਰੇ ਫਿਰਕੇ ਬਣ ਕਰਕੇ ਲੋਕੀ ਆਪਸ ਦੇ ਵਿੱਚ ਖਹਿ ਕੇ ਇੱਕ ਦੂਜੇ ਨੂੰ ਮਾਰਦੇ ਨੇ, ਇੱਕ ਦੂਜੇ ਨੂੰ ਛੋਟਾ ਦਿਖਾਉਂਦੇ ਨੇ। ਇਹ ਜਿਹੜਾ ਹਨ ਪਾਵਰ ਨੂੰ ਵਰਤ ਕੇ ਦੂਜਿਆਂ ਨੂੰ ਸਪਰੈਸ ਕਰਦੇ ਨੇ, ਤੇ ਕਹਿੰਦੇ ਇਸੇ ਭਰਮ ਦੇ ਵਿੱਚ ਉਹ ਭਰਮਾਏ ਹੋਏ ਹਨ। ਦੇਖੋ ਇਹ ਮੁਲਕਾਂ ਦੇ ਵਿੱਚ ਬਰਬਾਦੀ ਕਿਸ ਕਰਕੇ ਹੁੰਦੀ ਹੈ? ਜਦੋਂ ਕਿ ਬੰਦੇ ਵੰਡੇ ਜਾਂਦੇ ਹਨ, ਜਾਂ ਕਈ ਮੁਲਕ ਅੱਜ ਕੱਲ੍ਹ ਦੇ ਕੋਈ ਮੁਲਕ ਜਿਹੜੇ ਹੁੰਦੇ ਹਨ ਇੱਕ ਕਮਿਊਨਿਟੀ ਨੂੰ ਜ਼ਿਆਦਾ ਪ੍ਰਾਇੋਰਿਟੀ ਦਿੰਦੇ ਹਨ, ਦੂਜਿਆਂ ਨੂੰ ਕਹਿੰਦੇ ਹਨ ਤੁਹਾਨੂੰ ਨਹੀਂ ਦੇਣੀ, ਇਹਨਾਂ ਨੂੰ ਸਪੈਸ਼ਲ ਅਸੀਂ ਦੇਣਾ ਹੈ, ਇਹਨਾਂ ਦੇ ਸਪੈਸ਼ਲ ਜਿਹੜੇ ਹਨ ਪ੍ਰਿਵਿਲੇਜਸ ਹਨ। ਸੋ ਇਹਨਾਂ ਦੇ ਕਰਕੇ ਜਿਹੜੀਆਂ ਮੁਲਕਾਂ ਦੀ ਇਕਨੋਮੀ ਵੀ ਖਰਾਬ ਹੁੰਦੀ ਹੈ, ਮੁਲਕਾਂ ਦੇ ਵਿੱਚ ਫਰਕ ਪੈਂਦਾ ਹੈ, ਮੁਲਕ ਜਿਹੜੇ ਹਨ ਉਹ ਫਿਰ ਤਰੱਕੀ ਨਹੀਂ ਕਰਦੇ। ਸੋ ਭਾਈ ਗੁਰਦਾਸ ਜੀ ਦੇਖੋ ਕਿੰਨੀ ਸੋਹਣੀ ਵਧੀਆ ਗੱਲ ਕਰਦੇ ਨੇ, ਕਹਿੰਦੇ ਦੇਖੋ ਇਹਦੇ ਕਰਕੇ ਖਹਿ ਮਰਦੇ ਭਰਮ ਭਰਾਤੀ। ਭਰਮ ਦੀ ਭਰਾਂਤ ਦੇ ਵਿੱਚ, ਭਰਮ ਦੇ ਭੁਲੇਖੇ ਦੇ ਵਿੱਚ ਲੋਕ ਇਹ ਭੁਲਾਵੇ ਵਿੱਚ ਹਨ ਕਿ ਮੈਂ ਦੂਸਰੇ ਨੂੰ ਮਾਰ ਕੇ ਮੈਂ ਵੱਡਾ ਬਣ ਜਾਵਾਂਗਾ, ਮੈਂ ਦੂਸਰੇ ਦੇ ਪੈਸੇ ਲੈ ਕੇ ਮੈਂ ਧਨੀ ਬਣ ਜਾਵਾਂਗਾ, ਦੂਸਰੇ ਦੀ ਵਡਿਆਈ ਲੈ ਕੇ ਮੈਂ ਇੱਕ ਵਡਿਆਈ ਵਾਲਾ ਬਣ ਜਾਵਾਂਗਾ। ਇਹ ਭਰਮ ਹੈ, ਇਹ ਸਾਰਾ ਭਰਮ ਹੈ, ਕਿਉਂਕਿ ਸਾਰਿਆਂ ਦੇ ਆਪੋ ਆਪਣੇ ਕਰਮ ਨੇ, ਸਾਰਿਆਂ ਨੇ ਆਪਣੇ ਕਰਮਾਂ ਅਨੁਸਾਰ ਹੀ ਉਹਨਾਂ ਨੂੰ ਦਾਤਾਂ ਮਿਲਣੀਆਂ ਨੇ। ਉਹ ਦਾਤਾਂ ਨੂੰ ਭੁੱਲ ਕਰਕੇ ਲੋਕ ਹੋਰੇ ਭਰਮਾਂ ਵਿੱਚ ਪੈ ਜਾਂਦੇ ਹਨ। 6 ਦਰਸ਼ਨ ਹੋਏ ਵਰਤਿਆ। ਹੁਣ ਦੇਖੋ 6 ਦਰਸ਼ਨ ਹਨ। ਸੋ 6 ਦਰਸ਼ਨ ਸਕੂਲ ਆਫ ਥਾਟਸ ਇਹਨਾਂ ਨੂੰ ਕਿਹਾ ਜਾਂਦਾ ਹੈ। ਉਹਨਾਂ ਵਿੱਚੋਂ ਕੀ ਹਨ? ਜਿਹੜੇ ਜੰਗਮ ਹਨ, ਦੂਜੇ ਹਨ ਜੈਨੀ ਹਨ, ਸੋ ਤੀਜੇ ਹਨ ਸੰਨਿਆਸੀ, ਚੌਥੇ ਹਨ ਬੈਰਾਗੀ, ਪੰਜਵੇਂ ਹਨ ਵੈਸ਼ਨਵ, ਤੇ ਜਿਹੜੇ ਹਨ 6ਵੇਂ ਹਨ ਯੋਗੀ।
ਸੋ ਇਹਨਾਂ ਦੇ ਅੱਡ ਕਰਮ ਹਨ। ਇਹ 6 ਸਕੂਲ ਆਫ ਥਾਟਸ ਹਨ ਜਿਹੜੇ ਬਣ ਕੇ ਇੱਕ ਦੂਜੇ ਨਾਲ ਅੱਖ ਨਹੀਂ ਮਿਲਾਉਂਦੇ, ਇੱਕ ਦੂਜੇ ਨਾਲ ਮਿਲਦੇ ਵੀ ਨਹੀਂ ਹੈ, ਇੱਕ ਦੂਜੇ ਨਾਲ ਯੂਨਾਈਟ ਵੀ ਨਹੀਂ ਹੁੰਦੇ। ਇਹ ਆਪਣੇ ਆਪ ਨੂੰ ਅੱਡ ਸਮਝਦੇ ਹਨ। 12 ਵਾਟ ਉਚਾਟ ਜਮਾਤੀ। ਦੇਖੋ ਹੁਣ ਜੋਗੀਆਂ ਦੇ 12 ਰਸਤੇ ਬਣ ਗਏ, 12 ਉਹਨਾਂ ਦੇ ਪੰਥ ਬਣ ਗਏ। ਇਹ 12 ਪੰਥ ਜਿਹੜੇ ਹਨ ਉਹ ਕਿਹੜੇ ਹਨ ਕਿ ਪਹਿਲਾ ਹਿਤੂ ਹੈ, ਫਿਰ ਭਾਵ ਹੈ, ਫਿਰ ਆਈ ਪੰਥ ਹੈ। ਹੁਣ ਗੋਰਖਨਾਥ ਦਾ ਜਿਹੜਾ ਪੰਥ ਉਹ ਆਈ ਪੰਥ, ਆਈ ਪੰਥੀ ਸਗਲ ਜਮਾਤੀ, ਤਾਂ ਹੀ ਜਪਜੀ ਸਾਹਿਬ ਦੇ ਵਿੱਚ ਆਉਂਦਾ ਹੈ। ਸੋ ਚੌਥਾ ਹੋਇਆ ਗਮੀਆਂ, ਸੋ ਪੰਜਵਾਂ ਹੋਇਆ ਪਾਗਲ, ਤੇ ਛੇਵਾਂ ਗੋਪਾਲ, ਸੱਤਵਾਂ ਦਾਸ, ਤੇ ਜਿਹੜਾ ਹੈ 8ਵਾਂ ਕੈਂਥਰੀ ਹੈ, ਸੋ 9ਵਾਂ ਬਣ ਹੈ, ਸੋ 10ਵਾਂ ਧਵਜ ਹੈ, ਧਵਜ, ਸੋ ਜਿਹੜਾ ਹੈ 11ਵਾਂ ਝੋਲੀ, ਤੇ 12ਵਾਂ ਰਾਵਲ। ਸੋ ਇਸ ਤਰ੍ਹਾਂ ਕਰਕੇ ਇਹਨਾਂ ਦੇ 12 ਪੰਥ ਬਣ ਚੁੱਕੇ ਹਨ। ਗੁਰਮੁਖ ਤੇ ਅੱਗੇ ਫਿਰ ਪੜ੍ਹਦੇ ਹਾਂ। 12 ਵਾਟ ਉਚਾਟ ਜਮਾਤੀ। ਦੇਖੋ ਉਚਾਟ ਜਮਾਤੀ ਕਹਿਣ ਲੱਗੇ ਉਦਾਸੀ ਹਨ। ਦੇਖੋ ਉਦਾਸੀ ਬੰਦਾ ਉਹ ਹੁੰਦਾ ਹੈ ਜਿਹੜਾ ਦੁਨੀਆ ਦੇ ਸਾਰੇ ਕਾਰਜ ਛੱਡ ਦਿੰਦਾ ਹੈ, ਉਹਨੂੰ ਕੇਵਲ ਤੇ ਕੇਵਲ ਭਗਤੀ ਨਾਲ ਲਗਾਓ ਹੈ, ਉਹਨੂੰ ਭਗਤੀ ਨਾਲ ਰਿਸ਼ਤਾ ਹੈ। ਪਰ ਭਾਈ ਗੁਰਦਾਸ ਜੀ ਕਹਿੰਦੇ ਦੇਖੋ ਆਪਣੇ ਆਪ ਨੂੰ ਉਦਾਸੀ ਕਹਿਣ ਵਾਲਿਆਂ ਦੇ ਵੀ 12 ਪੰਥ ਬਣ ਗਏ। ਕਿਵੇਂ ਹੋ ਸਕਦਾ ਹੈ? ਜਿਹਨੇ ਦੁਨੀਆ ਹੀ ਛੱਡ ਦਿੱਤੀ, ਜਿਨ੍ਹਾਂ ਨੇ ਦੁਨੀਆ ਦਾ ਮੋਹ ਛੱਡ ਦਿੱਤਾ, ਦੁਨੀਆ ਦੇ ਨਾਲ ਵਾਸਤਾ ਆਪਣਾ ਛੱਡ ਕੇ ਜੰਗਲਾਂ ਵਿੱਚ ਜਾ ਕੇ ਭਗਤੀ ਕਰਨ ਲਾਏ, ਉਹਨਾਂ ਵਿੱਚ ਵੀ ਫਰਕ ਪੈ ਗਿਆ। ਇਹ ਕਿਵੇਂ ਹੋ ਸਕਦਾ ਹੈ? ਦੇਖੋ ਉਦਾਸੀਆਂ ਵਿੱਚ ਵੀ ਫਰਕ ਪੈ ਗਿਆ, ਜਿਨ੍ਹਾਂ ਨੂੰ ਕੋਈ ਲਾਲਚ ਨਹੀਂ। ਦੇਖੋ ਫਰਕ ਤਾਂ ਪੈਂਦੇ ਹੁੰਦੇ ਨੇ ਜੇ ਬੰਦੇ ਦੀ ਨੀਡਸ ਇੱਕ ਦੂਜੇ ਨਾਲੋਂ ਵੱਖਰੀ ਹੋਵੇ। ਜੇ ਕੋਈ ਬੰਦਾ ਹੋਰ ਕੁਝ ਚਾਹੁੰਦਾ ਹੋਵੇ, ਕੋਈ ਹੋਰ ਬੰਦਾ ਹੋਰ ਕੁਝ ਚਾਹੁੰਦਾ ਹੋਵੇ, ਉਹਦੇ ਵਿੱਚ ਵਖਰੇਵਾਂ ਪੈਂਦਾ ਹੈ। ਪਰ ਦੇਖੋ ਦੇ ਆਰ ਡਿਵਾਈਡਡ ਵਿਦਆਊਟ ਅ ਰੀਜ਼ਨ। ਇਹ ਤਾਂ ਸਾਰਿਆਂ ਨੇ ਦੁਨੀਆ ਛੱਡੀ ਹੋਈ ਸੀ, ਛੱਡੀ ਹੋਈ ਦੁਨੀਆ ਦੇ ਵਿੱਚ ਵੀ ਇਹਨਾਂ ਦੇ 12 ਫਿਰਕੇ ਅੱਗੇ ਬਣ ਗਏ। ਦੇਖੋ ਕਿਹੋ ਜਿਹੀ ਭੈੜੀ ਹਾਲਾਤ ਹੈ, ਕਿਉਂਕਿ ਬੰਦੇ ਨੇ ਭਗਤੀ ਤਾਂ ਕਬੂਲ ਕਰ ਲਈ ਪਰ ਆਪਣੀ ਹਉਮੈ ਨਹੀਂ ਛੱਡੀ, ਉਹਨਾਂ ਨੇ ਆਪਣੇ ਆਪ ਦੇ ਵਿੱਚ ਹੰਕਾਰ ਨਹੀਂ ਛੱਡਿਆ। ਗੁਰਮੁਖ ਵਰਨ ਅਵਰਨ ਹੋਏ। ਦੇਖੋ ਗੁਰਮੁਖ ਜਿਹੜੇ ਹਨ, ਹੁਣ ਇਹਨਾਂ ਤੋਂ ਗੁਰਮੁਖ ਕਿਵੇਂ ਡਿਫਰੈਂਟ ਹੈ? ਹਾਊ ਇਜ਼ ਅ ਗੁਰਮੁਖ ਡਿਫਰੈਂਟ ਦੈਨ ਆਲ ਦ ਯੋਗੀਸ, ਜਤੀ, ਸੰਤੋਖੀਸ? ਇਹਨਾਂ ਜਿਹੜਾ ਹਨ, ਜਿਹੜਾ 72 ਸੈਕਟ ਮੁਸਲਮਾਨਾਂ ਦੇ ਹਨ, ਜਿਹੜੇ ਕ੍ਰਿਸਚੀਅਨਿਟੀ ਦੇ ਹਨ, ਕੋਈ ਜਿਹੜਾ ਹਨ ਕਿੰਨੇ ਉਹਨਾਂ ਦੇ ਅੱਗੇ ਸੈਕਟ, ਉਹਨਾਂ ਨਾਲੋਂ ਡਿਫਰੈਂਟ ਗੁਰਮੁਖ ਕਿਵੇਂ ਹੈ ਜੋ ਗੁਰੂ ਦੀ ਮੱਤ ਨੂੰ ਧਾਰਨ ਕਰਨ ਵਾਲਾ ਹੈ? ਭਾਈ ਗੁਰਦਾਸ ਜੀ ਕਹਿੰਦੇ ਗੁਰਮੁਖ ਵਰਨ ਅਵਰਨ ਹੋਏ। ਦੇਖੋ ਗੁਰਮੁਖ ਜੋ ਬਣਦਾ ਹੈ, ਜੋ ਗੁਰੂ ਨਾਨਕ ਦਾ ਸਿੱਖ ਬਣਦਾ ਹੈ, ਚਾਹੇ ਉਹ ਬ੍ਰਾਹਮਣ ਹੋਵੇ, ਖੱਤਰੀ ਹੋਵੇ, ਸ਼ੂਦਰ ਹੋਵੇ, ਵੈਸ਼ ਹੋਵੇ, ਚਾਹੇ ਉਹ ਮੁਸਲਮਾਨ ਦਾ ਕਿਸੇ ਵੀ 72 ਫਿਰਕਿਆਂ ਵਿੱਚੋਂ ਕੋਈ ਹੋਵੇ, ਚਾਹੇ ਕ੍ਰਿਸਚੀਅਨ ਦੇ ਕੋਈ ਵੀ ਫਿਰਕਿਆਂ ਵਿੱਚੋਂ ਹੋਰ ਹੋਵੇ, ਪਰ ਜਦੋਂ ਉਹ ਗੁਰਮੁਖ ਬਣਦਾ ਉਹਨੂੰ ਇੱਕ ਵਰਨ ਮਿਲਦਾ, ਉਹ ਸਿੱਖ ਬਣਦਾ ਹੈ। ਉਹਦੇ 'ਚ ਕੋਈ ਡਿਫਰੈਂਟ ਨਹੀਂ। ਸਾਰਿਆਂ ਦਾ ਗੁਰੂ ਸਾਂਝਾ ਗੁਰੂ ਨਾਨਕ ਹੈ, ਉਹਨਾਂ ਵਿੱਚ ਕੋਈ ਫਰਕ ਨਹੀਂ ਦੇਖਿਆ ਜਾਂਦਾ ਤੇ ਉਹਨਾਂ ਨੂੰ ਡਿਫਰੈਂਟ ਮਰਿਆਦਾ ਵੀ ਨਹੀਂ ਦਿੱਤੀ ਜਾਂਦੀ। ਐਵਰੀਵਨ ਗੈਟਸ ਦ ਸੇਮ ਮਰਿਆਦਾ, everyone gets the same ਉਪਦੇਸ਼, everyone gets the same ਗੁਰਮੰਤਰ ਐਂਡ ਮੂਲ ਮੰਤਰ। ਉਹਨਾਂ ਵਿੱਚ ਫਰਕ ਕੋਈ ਨਹੀਂ ਰਹਿ ਜਾਂਦਾ। ਰੰਗ ਸੁਰੰਗ ਤੰਬੋਲ ਸੁਹਾਤੀ। ਦੇਖੋ ਜਿਵੇਂ ਜਿਹੜਾ ਹੈ ਤੰਬੋਲ ਜਿਹੜਾ ਹੈ, ਦੇਖੋ ਹੁਣ ਜਿਹੜਾ ਪਾਨ ਹੁੰਦਾ ਹੈ, ਪਾਨ ਦਾ ਬੀੜਾ ਜਿਹੜਾ ਹੁੰਦਾ ਹੈ ਤੇ ਪਾਨ ਦਾ ਕਪੂਰ ਜਿਹੜਾ ਹੁੰਦਾ ਉਹ ਚਿੱਟੇ ਰੰਗ ਦਾ ਹੁੰਦਾ ਹੈ, ਉਹਦਾ ਪੱਤਾ ਹਰੇ ਰੰਗ ਦਾ ਹੁੰਦਾ ਹੈ, ਉਹਦੇ ਉੱਤੇ ਉਹ ਜਿਹੜਾ ਹੈ ਹੋਰ ਲੇਪਨ ਕੀਤਾ ਜਾਂਦਾ ਹੈ। ਹਰ ਇੱਕ ਚੀਜ਼ ਵੱਖਰੇ ਵੱਖਰੇ ਰੰਗ ਦੀ ਹੈ, ਪਰ ਜਦੋਂ ਉਹਨੂੰ ਇਕੱਠੀ ਕਰਕੇ ਮੂੰਹ ਵਿੱਚ ਪਾ ਕੇ ਚੱਬੀ ਦੀ ਹੈ, ਉਹ ਸਾਰੀ ਚੀਜ਼ ਲਾਲ ਰੰਗ ਦੀ ਬਣ ਜਾਂਦੀ, ਮੂੰਹ ਨੂੰ ਲਾਲ ਕਰ ਦਿੰਦੀ ਹੈ। ਇਹਦਾ ਮਤਲਬ ਕੀ ਹੈ ਕਿ ਹਰ ਇੱਕ ਨੇ ਆਪਣਾ ਰੰਗ ਛੱਡ ਦਿੱਤਾ, ਹਰ ਇੱਕ ਨੇ ਆਪਣੀ ਬਿਲੋਂਗਿੰਗ ਛੱਡ ਦਿੱਤੀ ਪਿੱਛੇ, ਹਰ ਇੱਕ ਨੇ ਆਪਣਾ ਰਿਸ਼ਤਾ ਛੱਡ ਕੇ ਇੱਕ ਗੁਰੂ ਨੂੰ ਆਪਣਾ ਮੰਨਿਆ ਤੇ ਗੁਰੂ ਦਾ ਜਿਹੜਾ ਪ੍ਰੇਮ ਰੂਪੀ ਲਾਲ ਰੰਗ ਹੈ ਉਹਨੂੰ ਧਾਰਨ ਕਰ ਲਿਆ। ਦੇਖੋ ਗੁਰਸਿੱਖੀ ਐਸੀ ਹੈ। ਗੁਰਸਿੱਖੀ ਦੇ ਵਿੱਚ ਕੀ ਹੈ, ਤਾਂ ਹੀ ਤਾਂ ਜਿਹੜਾ ਹੈ ਜਦੋਂ ਅੰਮ੍ਰਿਤ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਛਕਾਇਆ, ਸਿਰ ਲੈ ਕੇ ਛਕਾਇਆ ਹੈ ਤੇ ਉਹਨਾਂ ਨੂੰ ਇੱਕ ਵਰਨ ਵਿੱਚ ਕਰ ਦਿੱਤਾ। ਮਹਾਰਾਜ ਨੇ ਸਾਰਿਆਂ ਨੂੰ ਸਿੱਖ ਬਣਾਇਆ, ਖਾਲਸਾ ਸਜਾਇਆ, ਉਹਨਾਂ ਵਿੱਚ ਫਰਕ ਕੋਈ ਨਹੀਂ ਰੱਖਿਆ। ਇਸੇ ਇਹ ਗੁਰਸਿੱਖੀ ਇਸ ਕਰਕੇ ਉੱਤਮ ਹੈ। 6 ਰੁੱਤ 12 ਮਾਹ ਵਿੱਚ। ਹੁਣ ਦੇਖੋ ਇੱਕ ਐਗਜ਼ਾਮਪਲ ਦਿੰਦੇ ਹਨ, ਕਹਿੰਦੇ 6 ਰੁੱਤਾਂ 6 ਸੀਜ਼ਨਸ ਹੁੰਦੀਆਂ ਨੇ, 6 ਸੀਜ਼ਨ ਦੇ ਵਿੱਚ ਨਿਰੰਤਰ ਗੁਰਮੁਖ ਦਰਸ਼ਨ ਸੁਝ ਸੁਝਾਤੀ। ਜਿਵੇਂ 6 ਰੁੱਤਾਂ ਵਿੱਚੋਂ ਇੱਕੋ ਇੱਕ ਸੂਰਜ ਹੁੰਦਾ ਹੈ, ਇੱਕੋ ਇੱਕ ਚੰਦਰਮਾ ਹੁੰਦਾ ਹੈ। 6 ਰੁੱਤਾਂ ਵਿੱਚ ਸੂਰਜ ਕੋਈ ਵੱਖਰਾ ਸੂਰਜ ਨਹੀਂ ਹੁੰਦਾ,
ਚੰਦਰਮਾ ਕੋਈ ਵੱਖਰਾ ਚੰਦਰਮਾ ਨਹੀਂ ਹੁੰਦਾ, ਉਹੀ ਹੁੰਦਾ ਹੈ। ਰੁੱਤ ਬਦਲਦੀ ਹੈ, ਸੂਰਜ ਉਹੀ ਹੈ, ਚੰਦਰਮਾ ਉਹੀ ਹੈ, ਧਰਤੀ ਉਹੀ ਹੈ। ਇਸੇ ਪ੍ਰਕਾਰ ਕਰਕੇ ਗੁਰਮੁਖ ਦਰਸ਼ਨ ਸੂਝ ਸੁਜਾਤੀ ਗੁਰਮੁਖ ਜਿਹੜੇ ਹੁੰਦੇ ਹਨ ਉਹਨਾਂ ਨੂੰ ਸੋਝੀ ਹੁੰਦੀ ਹੈ। ਉਹ ਸੂਰਜ ਦੀ ਤਰ੍ਹਾਂ ਪਰਮਾਤਮਾ ਨੂੰ ਮੰਨਣ ਵਾਲੇ ਆ। ਬਦਲਦੇ ਸੀਜ਼ਨ ਉਹਨਾਂ ਤੇ ਕੋਈ ਅਸਰ ਨਹੀਂ ਪਾਉਂਦੇ। ਵਖਰੇਵਾਂ ਜਿਹੜਾ ਸੰਸਾਰ ਦਾ ਹੈ ਉਹ ਰੁੱਤਾਂ ਦੀ ਤਰ੍ਹਾਂ ਉਹ ਮੰਨਦੇ ਨੇ ਵੀ ਇਹ ਤਾਂ ਜਿਹੜਾ ਬਦਲਦਾ ਜਾਂਦਾ ਹੈ, ਇਹਨੂੰ ਨਹੀਂ ਮੰਨਦੇ। ਉਹ ਸੂਰਜ ਨੂੰ ਮੰਨਦੇ ਜਿਹੜਾ ਨਹੀਂ ਚੇਂਜ ਹੁੰਦਾ, ਜਿਹੜਾ ਹਮੇਸ਼ਾ ਹੀ ਇੱਕ ਰਹਿੰਦਾ ਹੈ। ਗੁਰਮੁਖ ਸੁਖ ਫਲ ਪਿਰਮ ਪਿਰਾਤੀ। ਦੇਖੋ ਇਸੇ ਪ੍ਰਕਾਰ ਜਿਹੜੇ ਗੁਰਮੁਖ ਹੁੰਦੇ ਹਨ ਉਹਨਾਂ ਨੂੰ ਸੁਖ ਦਾ ਫਲ ਕੀ ਹੈ? ਨਾਮ, ਪਰਮਾਤਮਾ ਦੀ ਪ੍ਰਾਪਤੀ। ਪਿਰਮ ਪ੍ਰਾਤੀ, ਪਿਰਮ ਜਿਹੜਾ ਹਨ ਆਪਣੇ ਪੀਰ ਗੁਰੂ ਨਾਨਕ ਦਾ ਪਿਆਰ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ। ਗੁਰਸਿੱਖ ਵਾਸਤੇ ਉਹਨੂੰ ਕੁਝ ਵੀ ਨਹੀਂ ਚਾਹੀਦਾ, ਉਹਨੂੰ ਤਾਂ ਬਸ ਇੰਨਾ ਹੀ ਹੈ ਕਿ ਮੇਰਾ ਗੁਰੂ ਮੇਰੇ ਤੇ ਪ੍ਰਸੰਨ ਹੋ ਜਾਵੇ, ਗੁਰੂ ਮੇਰੇ ਤੇ ਖੁਸ਼ ਹੋ ਜਾਵੇ। ਤੇ ਕਹਿੰਦੇ ਐਸਾ ਹੀ ਪ੍ਰੇਮ ਦੇ ਰੰਗ ਦੇ ਵਿੱਚ ਗੁਰਮੁਖ ਵਰਤਦਾ ਹੈ ਤੇ ਸੁੱਖ ਦਾ ਫਲ ਗੁਰੂ ਦੀ ਕਿਰਪਾ ਸਦਕਾ ਉਹਨਾਂ ਨੂੰ ਨਾਮ ਦਾ ਮਿਲਦਾ ਹੈ। ਦੇਖੋ ਇੱਥੇ ਭਾਈ ਗੁਰਦਾਸ ਜੀ ਨੇ ਇਹ ਗੱਲ ਆਪਾਂ ਨੂੰ ਸਮਝਾ ਦਿੱਤੀ। ਦੇਖੋ ਗੁਰਮੁਖ ਪੰਥ ਕਿਉਂ ਉੱਤਮ ਹੈ, ਕਿਉਂ ਵੱਖਰਾ ਹੈ। ਵੱਖਰਾ ਹੁੰਦਿਆਂ ਹੋਇਆਂ ਵੀ ਸਾਰਿਆਂ ਨੂੰ ਇੱਕ ਜੈਸਾ ਜਾਣਨ ਵਾਲਾ। ਜੇ ਆਪਾਂ ਕਹਿੰਦੇ ਨਾ ਸਿੱਖ ਵੱਖਰੇ ਨੇ, ਨਹੀਂ, ਸਿੱਖ ਉਹ ਨੇ ਜਿਹੜੀ ਕਾਮਨ ਚੀਜ਼ ਸਾਰਿਆਂ ਦੇ ਵਿੱਚ ਹੈ, ਉਹ ਸਿੱਖ ਹੈ। ਦੇਖੋ ਸਾਰਿਆਂ ਦੇ ਵਿੱਚ ਇੱਕ ਕਾਮਨ ਚੀਜ਼ ਹੈ, ਸਾਰਿਆਂ ਦੀਆਂ ਦੋ ਬਾਹਾਂ ਦੋ ਪੈਰ ਨੇ। ਸਿੱਖੀ ਐਸੀ ਹੈ। ਸਿੱਖ ਨੂੰ ਜੇ ਸਿੱਖੀ ਨੂੰ ਸਮਝਣਾ ਹੋਵੇ, ਸਿੱਖੀ ਨੂੰ ਅੱਡ ਕਰਕੇ ਨਾ ਸਮਝਿਆ ਜਾਵੇ। ਸਿੱਖ ਉਹ ਹੈ ਜੋ ਕਾਮਨ ਹੈ ਸਾਰਿਆਂ ਵਿੱਚ ਜਿਹੜੇ ਕਾਮਨ ਗੁਣ ਹਨ। ਇਸੇ ਤਰ੍ਹਾਂ ਜਿਵੇਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਕਿਸੇ ਨੇ ਸਵਾਲ ਕੀਤਾ, ਕਹਿੰਦੇ ਵੀ ਸਿੱਖ ਕਿਵੇਂ ਬਣੀਦਾ ਹੁੰਦਾ ਹੈ। ਸੰਤ ਜਰਨੈਲ ਸਿੰਘ ਨੇ ਇੱਕੋ ਗੱਲ ਸਮਝਾਈ, ਕਹਿੰਦੇ ਦੇਖੋ ਜਦੋਂ ਬੱਚਾ ਜੰਮਦਾ ਹੈ ਨਾ, ਬੱਚਾ ਜੰਮਦਾ ਸਿੱਖ ਹੁੰਦਾ ਹੈ, ਉਹ ਪਰਿਪੂਰਨ ਹੁੰਦਾ, ਉਹਦਾ ਸਰੀਰ ਪੂਰਾ ਹੋ ਕੇ ਆਉਂਦਾ ਹੈ। ਤੇ ਜੇ ਉਹਨੂੰ ਮੁਸਲਮਾਨ ਬਣਾਉਣਾ ਹੋਵੇ ਤਾਂ ਉਹਦੀ ਸੁੰਨਤ ਕੀਤੀ ਜਾਂਦੀ ਹੈ, ਜੇ ਉਹਨੂੰ ਹਿੰਦੂ ਬਣਾਉਣਾ ਹੋਵੇ ਤਾਂ ਉਹਦਾ ਮੁੰਡਨ ਕੀਤਾ ਜਾਂਦਾ ਹੈ। ਪਰ ਕਹਿੰਦੇ ਜਿਹੜਾ ਹੈ ਬੱਚਾ ਜੰਮਦਾ ਤਾਂ ਸਿੱਖ ਹੀ ਹੁੰਦਾ ਹੈ ਨਾ, ਉਹਨੂੰ ਕੁਝ ਨਾ ਕੁਝ ਉਹਦਾ ਮੋਡੀਫਿਕੇਸ਼ਨ ਕਰਕੇ ਉਸਨੂੰ ਜਿਹੜਾ ਹਨ ਧਰਮ ਵਿੱਚ ਲਿਆਂਦਾ ਜਾਂਦਾ ਹੈ। ਜੇ ਉਸ ਬੱਚੇ ਨੂੰ ਉਸੇ ਤਰ੍ਹਾਂ ਹੀ ਛੱਡਿਆ ਜਾਵੇ, ਉਹਦੇ ਨਾਲ ਕੋਈ ਵੀ ਐਸਾ ਵਰਤਾਅ ਨਾ ਕੀਤਾ ਜਾਵੇ, ਉਹ ਸਿੱਖ ਬਣ ਜਾਂਦਾ ਹੈ। ਦੇਖੋ ਸਿੱਖ ਤਾਂ ਇੱਕ ਓਰੀਜਨਲ ਬਿਲੀਫ ਹੈ। ਸਿੱਖ ਉਹ ਹੈ ਜੋ ਪਰਮਾਤਮਾ ਨੇ ਬਣਾਇਆ ਉਹੀ ਬਣ ਕੇ ਰਿਹਾ। ਇਹ ਸਿੱਖੀ ਹੈ ਜੋ ਭਾਈ ਗੁਰਦਾਸ ਜੀ ਨੇ ਇੱਥੇ ਸਮਝਾਈ ਹੈ। 6 ਰੁੱਤ 12 ਮਾਹ ਵਿੱਚ ਗੁਰਮੁਖ ਦਰਸ਼ਨ ਸੁਝ ਸੁਜਾਤੀ, ਗੁਰਮੁਖ ਸੁਖ ਫਲ ਪਿਰਮ ਪਿਰਾਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।